ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ 'ਚ। ਬਹੁਤ ਸਾਰੀਆਂ ਬਾਂਝ ਔਰਤਾਂ ਨੂੰ ਬੱਚੇ ਦੀ ਖੁਸ਼ੀ ਦੇਣ ਵਾਲਾ ਸੀਤਾਪੁਰ ਦਾ 60 ਸਾਲ ਦਾ ਸ਼ਾਮੂ ਜਿਸ ਵੀ ਬਾਂਝ ਔਰਤ ਨਾਲ ਵਿਆਹ ਕਰਦਾ ਤਾਂ ਉਸ ਨੂੰ ਬੱਚਾ ਹੋ ਜਾਂਦਾ। ਆਖਰ ਸ਼ਾਮੂ ਅਜਿਹਾ ਕੀ ਖਾਂਦਾ ਹੈ, ਇਹ ਜਾਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਮੇਰੇ ਪਿਤਾ ਜੀ ਜੋ ਆਪਣੀ ਸਾਰੀ ਉਮਰ ਆਪਣਾ ਸੀਨਾ ਚੌੜਾ ਕਰਕੇ ਲੋਕਾਂ ਸਾਹਮਣੇ ਚੱਲਦੇ ਰਹਿੰਦੇ ਸਨ, ਅੱਜ ਮੇਰੇ ਕਰਕੇ ਉਹਨਾਂ ਦਾ ਸਿਰ ਝੁਕਿਆ ਹੋਇਆ ਸੀ ਤੇ ਆਪਣੇ ਹੱਥ ਜੋੜ ਕੇ 60 ਸਾਲ ਦੇ ਆਦਮੀ ਅੱਗੇ ਮਿੰਨਤਾਂ ਕਰ ਰਹੇ ਸਨ ਕਿ ਮੇਰੀ ਬੇਟੀ ਨਾਲ ਵਿਆਹ ਕਰ ਲੈ। ਉਹ 60 ਸਾਲ ਦਾ ਆਦਮੀ ਹੋਰ ਕੋਈ ਨਹੀਂ ਸਗੋਂ ਮੇਰੇ ਪਿਤਾ ਦਾ ਦੋਸਤ ਸ਼ਾਮੂ ਸੀ, ਜੋ ਕਿਸੇ ਵੀ ਬਾਂਝ ਔਰਤ ਨਾਲ ਵਿਆਹ ਕਰਦਾ ਤਾਂ ਉਸਦੇ ਬੱਚਾ ਹੋ ਜਾਂਦਾ ਸੀ। ਪੂਰੇ ਪਿੰਡ 'ਚ ਉਸਦੇ ਚਰਚੇ ਸਨ ਤੇ ਇਹ ਕੋਈ ਸੁਣੀ ਸੁਣਾਈ ਗੱਲ ਨਹੀਂ ਸੀ, ਸਭ ਸੱਚ ਸੀ। ਕਿਵੇਂ ਔਰਤਾਂ ਸ਼ਾਮੂ ਨਾਲ ਵਿਆਹ ਕਰਕੇ ਬੱਚੇ ਪੈਦਾ ਕਰਦੀਆਂ ਸਨ। ਪਹਿਲਾਂ ਜਦੋਂ ਉਹਨਾਂ ਔਰਤਾਂ ਨੂੰ ਬਾਂਝ ਹੋਣ ਦੇ ਤਾਨੇ ਮਿਲਦੇ ਸਨ, ਪਰ ਸ਼ਾਮੂ ਨਾਲ ਵਿਆਹ ਕਰਨ ਤੋਂ ਬਾਅਦ ਬੱਚੇ ਦੀ ਮਾਂ ਬਣ ਕੇ ਸਮਾਜ 'ਚ ਇੱਜ਼ਤ ਮਿਲਦੀ ਸੀ। ਮੈਂ ਤੇ ਪਿਤਾ ਜੀ ਇਸ ਸਮੇਂ ਸ਼ਾਮੂ ਦੇ ਘਰ ਹੀ ਬੈਠੇ ਸੀ ਤੇ ਮੇਰੇ ਵਿਆਹ ਲਈ ਪਿਤਾ ਜੀ ਸ਼ਾਮੂ ਨੂੰ ਮਨਾ ਰਹੇ ਸਨ। ਮੈਨੂੰ ਸਵੇਰੇ ਸ਼ਾਮ ਬਾਂਝ ਹੋਣ ਦੇ ਤਾਨੇ ਮਿਲਦੇ ਸਨ ਤੇ ਮੇਰੇ ਪਿਤਾ ਤੋਂ ਇਹ ਗੱਲ ਸੁਣੀ ਨਹੀਂ ਜਾ ਰਹੀ ਸੀ। ਲੋਕਾਂ ਦੇ ਤਾਨਿਆਂ ਤੋਂ ਤੰਗ ਆ ਕੇ ਪਿਤਾ ਜੀ ਨੇ ਫੈਸਲਾ ਕੀਤਾ ਕਿ ਉਹ ਮੇਰਾ ਵਿਆਹ ਸ਼ਾਮੂ ਨਾਲ ਕਰਵਾ ਦੇਣਗੇ। ਇਸ ਲਈ ਉਹ ਉਸ ਸਾਹਮਣੇ ਹੱਥ ਜੋੜ ਕੇ ਬੇਨਤੀ ਕਰ ਰਹੇ ਸਨ ਕਿ ਤੂੰ ਮੇਰੀ ਬੇਟੀ ਨਾਲ ਵਿਆਹ ਕਰ ਲੈ। ਮੈਂ ਚੁੱਪਚਾਪ ਉੱਥੇ ਬੈਠੀ ਸੀ ਤੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਮੈਂ ਆਪਣੇ ਪਿਤਾ ਦੇ ਦੋਸਤ ਨੂੰ ਹਮੇਸ਼ਾ ਆਪਣੇ ਪਿਤਾ ਵਾਂਗ ਹੀ ਸਮਝਿਆ ਸੀ ਤੇ ਮੈਂ ਉਹਨਾਂ ਨੂੰ ਚਾਚਾ ਕਹਿੰਦੀ ਸੀ ਤੇ ਹੁਣ ਮੈਂ ਉਹਨਾਂ ਨਾਲ ਕਿਵੇਂ ਵਿਆਹ ਕਰ ਸਕਦੀ ਸੀ। ਪਰ ਪਿਤਾ ਜੀ ਨੇ ਮੇਰੇ ਅੱਗੇ ਹੱਥ ਜੋੜ ਕੇ ਮੈਨੂੰ ਕਿਹਾ ਕਿ ਤੂੰ ਸ਼ਾਮੂ ਨਾਲ ਵਿਆਹ ਕਰ ਲੈ ਤੇ ਮੈਨੂੰ ਆਪਣੇ ਨਾਲ ਇੱਥੇ ਲੈ ਆਏ। ਪਿਤਾ ਜੀ ਦੀ ਗੱਲ ਸੁਣ ਸ਼ਾਮੂ ਚਾਚੇ ਨੇ ਹੈਰਾਨੀ ਨਾਲ ਮੈਨੂੰ ਦੇਖਿਆ ਤੇ ਪਿਤਾ ਜੀ ਨੂੰ ਬਾਹਰ ਜਾਣ ਲਈ ਕਿਹਾ। ਫਿਰ ਚਾਚਾ ਮੈਨੂੰ ਕਹਿਣ ਲੱਗਿਆ ਕਿ ਤੈਨੂੰ ਯਾਦ ਹੈ ਨਾ, ਤੇਰਾ ਤੇ ਮੇਰਾ ਕੀ ਰਿਸ਼ਤਾ ਹੈ, ਤੂੰ ਮੈਨੂੰ ਚਾਚਾ ਕਹਿੰਦੀ ਹੈ। ਉਹਨਾਂ ਦੀ ਗੱਲ ਸੁਣ ਕੇ ਮੈਂ ਆਪਣੇ ਅਤੀਤ 'ਚ ਚਲੀ ਗਈ। ਪਿਛਲੇ 2-3 ਸਾਲ ਮੇਰੀਆਂ ਅੱਖਾਂ ਸਾਹਮਣੇ ਆਉਣ ਲੱਗੇ। ਸਾਡੇ ਪਿੰਡ 'ਚ ਇੱਕ ਸ਼ਾਮੂ ਨਾਂ ਦਾ ਇੱਕ ਆਦਮੀ ਸੀ ਜਿਸ ਨੂੰ ਸਾਰੇ ਚਾਚਾ ਕਹਿੰਦੇ ਸਨ। ਉਹ ਮੇਰੇ ਪਿਤਾ ਦੇ ਬਹੁਤ ਚੰਗੇ ਦੋਸਤ ਸਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ 6ਵੀਂ ਕਲਾਸ 'ਚ ਪੜ੍ਹਦੀ ਸੀ ਤਾਂ ਅਸੀਂ ਸਾਰੇ ਪਿੰਡ ਦੇ ਬੱਚੇ ਮਿਲ ਕੇ ਉਹਨਾਂ ਦੇ ਘਰ ਟੀਵੀ ਦੇਖਣ ਜਾਂਦੇ ਸੀ, ਕਿਉਂਕਿ ਸਾਡੇ ਪਿੰਡ 'ਚ ਸਿਰਫ ਉਹਨਾਂ ਦੇ ਘਰ ਹੀ ਟੀਵੀ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਆਪਣੇ ਘਰ 'ਚ ਇਕੱਲੇ ਰਹਿੰਦੇ ਸਨ, ਉਹਨਾਂ ਦੇ ਘਰ 'ਚ ਕੋਈ ਔਰਤ ਨਹੀਂ ਸੀ। ਅਸੀਂ ਬੱਚੇ ਉਹਨਾਂ ਤੋਂ ਪੁੱਛਦੇ ਸੀ ਕਿ ਸ਼ਾਮੂ ਚਾਚਾ ਤੁਸੀਂ ਵਿਆਹ ਕਿਉਂ ਨਹੀਂ ਕਰ ਲੈਂਦੇ। ਉਸ ਸਮੇਂ ਸਾਨੂੰ ਵਿਆਹ 'ਚ ਜਾਣ ਦਾ ਬਹੁਤ ਸ਼ੌਂਕ ਸੀ। ਉਹ ਵੀ ਸਾਨੂੰ ਕਹਿੰਦੇ ਸਨ ਕਿ ਬੱਚਿਓ ਅਜੇ ਮੇਰੇ ਵਿਆਹ ਦੀ ਉਮਰ ਨਹੀਂ ਹੈ। ਉਹਨਾਂ ਦੀ ਇਹ ਗੱਲ ਸੁਣ ਸਾਰੇ ਬੱਚੇ ਹੱਸਣ ਲੱਗਦੇ ਕਿਉਂਕਿ ਉਹ ਸਾਡੇ ਮਾਤਾ ਪਿਤਾ ਦੀ ਉਮਰ ਦੇ ਹੀ ਸਨ। ਜਦੋਂ ਮੈਂ 10ਵੀਂ ਕਲਾਸ ਪਾਸ ਕੀਤੀ ਤਾਂ ਮੇਰੀ ਮਾਂ ਨੇ ਮੈਨੂੰ ਘਰੇ ਹੀ ਬਿਠਾ ਲਿਆ। ਪੂਰੇ ਪਿੰਡ 'ਚ ਸਿਰਫ ਸ਼ਾਮੂ ਚਾਚਾ ਹੀ ਸਭ ਤੋਂ ਅਮੀਰ ਸਨ। ਉਹਨਾਂ ਦੀ ਕੋਈ ਪਤਨੀ ਨਹੀਂ ਸੀ ਤੇ ਨਾ ਹੀ ਕੋਈ ਬੱਚਾ। ਪੈਸੇ ਹੋਣ ਕਰਕੇ ਸਾਰੇ ਪਿੰਡ ਦੇ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਸਨ। ਮੇਰੇ ਪਿਤਾ ਜੀ ਨੇ ਵੀ ਕਈ ਵਾਰ ਸ਼ਾਮੂ ਚਾਚਾ ਨੂੰ ਵਿਆਹ ਕਰਨ ਲਈ ਕਿਹਾ ਕਿਉਂਕਿ ਉਹ ਕਹਿੰਦੇ ਸਨ ਕਿ ਤੇਰੇ ਕੋਲ ਇੰਨਾ ਪੈਸਾ ਹੈ, ਪਰ ਤੇਰੇ ਜਾਣ ਤੋਂ ਬਾਅਦ ਤੇਰਾ ਕੋਈ ਵਾਰਸ ਤਾਂ ਹੋਣਾ ਚਾਹੀਦਾ ਹੈ ਜੋ ਇਹ ਸਭ ਕੁਝ ਸਾਂਭ ਲੇ। ਪਿਤਾ ਜੀ ਦੀ ਗੱਲ ਸੁਣ ਕੇ ਉਹਨਾਂ ਕਿਹਾ ਕਿ ਠੀਕ ਹੈ, ਮੈਂ ਵਿਆਹ ਲਈ ਤਿਆਰ ਹਾਂ। ਇਹ ਗੱਲ ਸੁਣ ਕੇ ਸਾਰੇ ਬਹੁਤ ਖੁਸ਼ ਹੋਏ ਤੇ ਉਹਨਾਂ ਲਈ ਰਿਸ਼ਤਾ ਲੱਭਣ ਲੱਗੇ। ਪਰ ਜਦੋਂ ਸ਼ਾਮੂ ਚਾਚਾ ਨੇ ਆਪਣੀ ਪਸੰਦ ਦੱਸੀ ਤਾਂ ਸਾਰੇ ਹੈਰਾਨ ਰਹਿ ਗਏ। ਚਾਚੇ ਨੇ ਕਿਹਾ ਕਿ ਉਹ ਵੀਨਾ ਨਾਲ ਵਿਆਹ ਕਰਨਾ ਚਾਹੁੰਦੇ ਹਨ। ਚਾਚੇ ਦੀ ਇਸ ਗੱਲ ਤੋਂ ਹਰ ਕੋਈ ਹੈਰਾਨ ਹੋਇਆ ਕਿਉਂਕਿ ਵੀਨਾ ਮਾਸੀ ਸਾਡੇ ਪਿੰਡ ਦੀ ਉਹ ਔਰਤ ਸੀ ਜਿਸ ਨੂੰ ਉਹਨਾਂ ਦੇ ਖਾਨਦਾਨ ਵਾਲਿਆਂ ਨੇ ਵੀ ਛੱਡ ਦਿੱਤਾ ਸੀ। ਵੀਨਾ ਮਾਸੀ ਦਾ ਵਿਆਹ ਸਾਡੇ ਪਿੰਡ 'ਚ ਹੀ ਹੋਇਆ ਸੀ, ਪਰ ਵਿਆਹ ਦੇ 6 ਸਾਲ ਬਾਅਦ ਵੀ ਉਹ ਮਾਂ ਨਾ ਬਣ ਸਕੀ ਤਾਂ ਉਸਦੇ ਪਤੀ ਨੇ ਉਹਨਾਂ ਨੂੰ ਬਾਂਝ ਕਹਿ ਕੇ ਤਲਾਕ ਦੇ ਦਿੱਤਾ ਸੀ। ਕੁਝ ਸਮੇਂ ਬਾਅਦ ਉਹਨਾਂ ਨੇ ਦੂਜਾ ਵਿਆਹ ਕਰ ਲਿਆ, ਪਰ ਇਸ ਵਾਰ ਵੀ ਬੱਚੇ ਕਰਕੇ ਉਹਨਾਂ ਦਾ ਘਰ ਨਾ ਵਸਿਆ। ਹੁਣ ਤਾਂ ਪੂਰੇ ਪਿੰਡ ਨੂੰ ਪਤਾ ਲੱਗ ਗਿਆ ਸੀ ਕਿ ਵੀਨਾ ਮਾਸੀ ਇੱਕ ਬਾਂਝ ਔਰਤ ਹੈ ਤੇ ਉਸਦੇ ਬੱਚਾ ਨਹੀਂ ਹੋ ਸਕਦਾ। ਇਸ ਕਰਕੇ ਉਹਨਾਂ ਨਾਲ ਕਿਸੇ ਨੇ ਵਿਆਹ ਨਹੀਂ ਕੀਤਾ ਸੀ ਤੇ ਪਰਿਵਾਰ ਵਾਲਿਆਂ ਨੇ ਵੀ ਛੱਡ ਦਿੱਤਾ ਸੀ। ਵੀਨਾ ਮਾਸੀ ਨਾਲ ਚਾਚੇ ਵੱਲੋਂ ਵਿਆਹ ਦੀ ਗੱਲ ਜਦੋਂ ਮੇਰੀ ਮਾਂ ਨੇ ਸੁਣੀ ਤਾਂ ਉਹ ਕਹਿਣ ਲੱਗੀ ਕਿ ਕੁਝ ਗੜਬੜ ਲੱਗਦੀ ਹੈ ਜੋ ਸ਼ਾਮੂ ਨੇ ਉਸ ਲਈ ਰਿਸ਼ਤਾ ਭੇਜਿਆ ਹੈ। ਉਸ ਸਮੇਂ ਮੈਨੂੰ ਵੀ ਹੈਰਾਨੀ ਹੋਈ ਕਿਉਂਕਿ ਚਾਚਾ ਵੀ ਕਾਫੀ ਉਮਰ ਦਾ ਸੀ ਤੇ ਜੇਕਰ ਉਹ ਆਪਣੇ ਵਾਰਿਸ ਲਈ ਵਿਆਹ ਕਰ ਰਹੇ ਸਨ ਤਾਂ ਉਹ ਕਿਸੇ ਅਜਿਹੀ ਔਰਤ ਨਾਲ ਵਿਆਹ ਕਰਦੇ ਜੋ ਉਹਨਾਂ ਨੂੰ ਬੱਚਾ ਦਿੰਦੀ, ਨਾ ਕਿ ਇੱਕ ਬਾਂਝ ਔਰਤ ਨਾਲ ਜੋ ਉਹਨਾਂ ਨੂੰ ਬੱਚਾ ਹੀ ਨਹੀਂ ਦੇ ਸਕਦੀ। ਸਾਡੇ ਪਿੰਡ ਵਾਲਿਆਂ ਨੇ ਚਾਚੇ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ ਤੇ ਪਿੰਡ ਵਾਲਿਆਂ ਨੇ ਉਹਨਾਂ ਦੀ ਗੱਲ ਮੰਨਣੀ ਪਈ। ਸਾਰੇ ਪਿੰਡ ਵਾਲੇ ਚਾਚੇ ਦੇ ਵਿਆਹ ਦੀਆਂ ਤਿਆਰੀਆਂ 'ਚ ਲੱਗ ਗਏ। ਇੱਕ ਦਿਨ
ਮੈਂ ਮਾਂ ਨਾਲ ਉਹਨਾਂ ਦੇ ਘਰ ਗਈ। ਮੇਰੀ ਮਾਂ ਮੈਨੂੰ ਕੰਮ ਲਾ ਕੇ ਖੁਦ ਪਿੰਡ ਦੀਆਂ ਔਰਤਾਂ ਨਾਲ ਗੱਲਾਂ ਕਰਨ ਲੱਗੀ। ਮੈਂ ਚਾਚੇ ਦੇ ਕਮਰੇ ਦੀ ਸਫਾਈ ਕਰ ਰਹੀ ਸੀ ਕਿ ਮੈਂ ਉਹਨਾਂ ਦੇ ਕਮਰੇ 'ਚ ਇੱਕ ਸ਼ੀਸ਼ੀ ਰੱਖੀ ਦੇਖੀ। ਮੈਂ ਉਹ ਸ਼ੀਸ਼ੀ ਚੁੱਕੀ ਤੇ ਉਸ 'ਤੇ ਲੱਗੇ ਲੇਬਲ ਤੋਂ ਨਾ ਪੜ੍ਹਨ ਲੱਗੀ, ਪਰ ਮੇਰੀ ਇੰਗਲਿਸ਼ ਬਹੁਤ ਕਮਜ਼ੋਰ ਸੀ, ਇਸ ਲਈ ਮੈਂ ਨਾ ਪੜ੍ਹ ਸਕੀ। ਮੈਂ ਉਸ ਸ਼ੀਸ਼ੀ ਨੂੰ ਉਲਟ ਪੁਲਟ ਕੇ ਦੇਖ ਰਹੀ ਸੀ ਕਿ ਐਨੇ ਚਾਚਾ ਕਮਰੇ 'ਚ ਆਇਆ ਤੇ ਮੇਰੇ ਹੱਥ ਉਹ ਸ਼ੀਸ਼ੀ ਦੇਖ ਕੇ ਘਬਰਾ ਗਿਆ। ਮੈਂ ਚਾਚੀ ਤੋਂ ਪੁੱਛਿਆ ਕਿ ਇਹ ਕਿਹੋ ਜਿਹੀ ਦਵਾਈ ਹੈ ਤੇ ਕਿਸ ਦੀ ਹੈ। ਉਹਨਾਂ ਨੇ ਮੈਥੋਂ ਉਹ ਸ਼ੀਸ਼ੀ ਲੈ ਕੇ ਦੁਬਾਰਾ ਉਸੇ ਜਗ੍ਹਾ 'ਤੇ ਰੱਖ ਦਿੱਤੀ ਤੇ ਕਹਿਣ ਲੱਗੇ ਕਿ ਇਸ ਨੂੰ ਖਾਣ ਨਾਲ ਸਰੀਰ 'ਚ ਤਾਕਤ ਆਉਂਦੀ ਹੈ ਤੇ ਤੇਰੀ ਵੀਨਾ ਮਾਸੀ ਨੂੰ ਮੈਂ ਇਹ ਦਵਾਈ ਖਵਾਵਾਂਗਾ। ਮੈਂ ਹੈਰਾਨੀ ਨਾਲ ਉਸ ਸ਼ੀਸ਼ੀ ਨੂੰ ਦੇਖਣ ਲੱਗੀ। ਦੂਜੇ ਦਿਨ ਚਾਚਾ ਤੇ ਵੀਨਾ ਮਾਸੀ ਦਾ ਵਿਆਹ ਹੋ ਗਿਆ। ਸਾਰੇ ਪਿੰਡ ਵਾਲੇ ਚਾਚੇ ਦਾ ਮਜ਼ਾਕ ਬਣਾ ਰਹੇ ਸਨ ਕਿ ਉਹਨਾਂ ਨੇ ਇੱਕ ਬਾਂਝ ਔਰਤ ਨਾਲ ਵਿਆਹ ਕੀਤਾ ਹੈ, ਹੁਣ ਇਹ ਵੀ ਸਾਰੀ ਉਮਰ ਬੱਚੇ ਲਈ ਤਰਸਦਾ ਰਹੇਗਾ। ਪਰ ਵਿਆਹ ਤੋਂ ਮਹੀਨੇ ਬਾਅਦ ਹੀ ਵੀਨਾ ਮਾਸੀ ਪ੍ਰੈਗਨੈਂਟ ਹੋ ਗਈ। ਕਿਸੇ ਨੇ ਵੀ ਇਸ ਗੱਲ ਤੇ ਵਿਸ਼ਵਾਸ ਨਹੀਂ ਕੀਤਾ, ਪਰ ਪਿੰਡ ਦੀ ਦਾਈ ਨੇ ਦੱਸਿਆ ਕਿ ਇਹ ਖਬਰ ਸੱਚ ਹੈ। ਮੈਂ ਇਹ ਖਬਰ ਸੁਣੀ ਤਾਂ ਮੈਂ ਵੀ ਬਹੁਤ ਹੈਰਾਨ ਹੋਈ। ਮੈਂ ਪਿੰਡ 'ਚ ਰਹਿੰਦੀ ਆਪਣੀ ਟੀਚਰ ਤੋਂ ਪੁੱਛਿਆ ਕਿ ਮੈਡਮ ਜੀ, ਜੇਕਰ ਇੱਕ ਬਾਂਝ ਔਰਤ ਵਿਆਹ ਕਰ ਲਵੇ ਤਾਂ ਕਿ ਉਹ ਮਾਂ ਬਣ ਸਕਦੀ ਹੈ? ਟੀਚਰ ਜੀ ਕਹਿਣ ਲੱਗੀ ਕਿ ਅਜਿਹਾ ਨਹੀਂ ਹੋ ਸਕਦਾ। ਇਹ ਸਭ ਤੁਹਾਨੂੰ ਕਿਸ ਨੇ ਦੱਸਿਆ? ਜਦੋਂ ਮੈਂ ਉਹਨਾਂ ਨੂੰ ਸ਼ਾਮੂ ਚਾਚਾ ਅਤੇ ਵੀਨਾ ਮਾਸੀ ਦੀ ਕਹਾਣੀ ਦੱਸੀ ਤਾਂ ਉਹ ਹੈਰਾਨ ਰਹਿ ਗਈ ਤੇ ਕਹਿਣ ਲੱਗੀ ਕਿ ਹੋ ਸਕਦਾ ਹੈ ਭਗਵਾਨ ਨੇ ਕੋਈ ਚਮਤਕਾਰ ਕੀਤਾ ਹੋਵੇ, ਕਿਉਂਕਿ ਭਗਵਾਨ ਤਾਂ ਜੋ ਚਾਹੇ ਕਰ ਸਕਦਾ ਹੈ। ਟੀਚਰ ਜੀ ਇਹ ਗੱਲ ਸੁਣ ਉਦਾਸ ਹੋ ਗਈ, ਕਿਉਂਕਿ ਉਹਨਾਂ ਦੇ ਵੀ ਕੋਈ ਬੱਚਾ ਨਹੀਂ ਸੀ ਤੇ ਉਹਨਾਂ ਦੇ ਪਤੀ ਨੇ ਵੀ ਉਹਨਾਂ ਨੂੰ ਬਾਂਝ ਕਹਿ ਕੇ ਛੱਡ ਦਿੱਤਾ ਸੀ। ਜੇਕਰ ਮੈਨੂੰ ਪਤਾ ਹੁੰਦਾ ਕਿ ਸ਼ਾਮੂ ਚਾਚਾ ਇੱਕ ਬਾਂਝ ਔਰਤ ਨਾਲ ਵਿਆਹ ਕਰਨਗੇ ਤਾਂ ਮੈਂ ਉਹਨਾਂ ਦਾ ਵਿਆਹ ਆਪਣੀ ਟੀਚਰ ਨਾਲ ਕਰਵਾ ਦਿੰਦੀ। ਇੱਕ ਦਿਨ ਮੈਂ ਸ਼ਾਮੂ ਚਾਚਾ ਦੇ ਘਰ ਗਈ ਤਾਂ ਉਹ ਘਰੇ ਨਹੀਂ ਸੀ ਤੇ ਉਹਨਾਂ ਦੀ ਪਤਨੀ ਹੀ ਘਰ ਸੀ। ਮੈਂ ਉਹਨਾਂ ਦੇ ਕਮਰੇ 'ਚ ਗਈ ਤਾਂ ਮੈਂ ਦੇਖਿਆ ਕਿ ਕਮਰੇ 'ਚ ਉਹ ਦਵਾਈ ਵਾਲੀ ਸ਼ੀਸ਼ੀ ਨਹੀਂ ਸੀ। ਮੈਂ ਵੀਨਾ ਮਾਸੀ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਕਿਹੜੀ ਸ਼ੀਸ਼ੀ? ਜਦੋਂ ਮੈਂ ਦੱਸਿਆ ਤਾਂ ਉਹ ਕਹਿਣ ਲੱਗੀ ਕਿ ਉਹ ਤਾਂ ਤੇਰੇ ਚਾਚੇ ਦੀ ਜੇਬ 'ਚ ਹੁੰਦੀ ਹੈ ਤੇ ਉਹ ਰੋਜ਼ਾਨਾ ਉਸ 'ਚੋਂ ਇੱਕ ਗੋਲੀ ਖਾਂਦੇ ਹਨ। ਮਾਸੀ ਦੀ ਗੱਲ ਸੁਣ ਕੇ ਮੈਂ ਬਹੁਤ ਹੈਰਾਨ ਹੋਈ, ਕਿਉਂਕਿ ਮੈਂ ਸੋਚ ਰਹੀ ਸੀ ਕਿ ਮਾਸੀ ਉਹ ਗੋਲੀਆਂ ਖਾ ਕੇ ਹੀ ਪ੍ਰੈਗਨੈਂਟ ਹੋਈ ਹੈ, ਪਰ ਬਿਨਾਂ ਕੁਝ ਖਾਦੇ ਮਾਸੀ ਕਿਵੇਂ ਪ੍ਰੈਗਨੈਂਟ ਹੋ ਸਕਦੀ ਸੀ? ਚਾਚਾ ਮਾਸੀ ਦਾ ਬਹੁਤ ਖਿਆਲ ਰੱਖਦਾ ਸੀ ਤੇ ਮਾਸੀ ਦੀ ਡਿਲੀਵਰੀ ਵੀ ਉਹਨਾਂ ਨੇ ਸ਼ਹਿਰ ਦੇ ਇੱਕ ਹਸਪਤਾਲ 'ਚ ਕਰਵਾਈ ਸੀ ਤੇ ਮਾਸੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਉਹ ਦੋਵੇਂ ਆਪਣੇ ਬੇਟੇ ਨੂੰ ਲੈ ਕੇ ਪਿੰਡ ਆ ਗਏ ਸਨ ਤੇ ਸਾਰੇ ਪਿੰਡ ਵਾਲੇ ਬਹੁਤ ਖੁਸ਼ ਸਨ। ਪਰ ਇਹ ਖੁਸ਼ੀ ਜ਼ਿਆਦਾ ਦੇਰ ਨਾ ਰਹੀ ਤੇ 2 ਮਹੀਨੇ ਬਾਅਦ ਹੀ ਵੀਨਾ ਮਾਸੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਅਚਾਨਕ ਹੀ ਉਹਨਾਂ ਦਾ ਦੇਹਾਂਤ ਹੋ ਗਿਆ। ਇਹ ਖਬਰ ਸੁਣ ਕੇ ਤਾਂ ਸਾਰਿਆਂ ਦੇ ਸਿਰ ਤੇ ਅਸਮਾਨ ਟੁੱਟ ਗਿਆ ਸੀ। ਵੀਨਾ ਮਾਸੀ ਦੀ ਮੌਤ ਤੋਂ ਕੁਝ ਹੀ ਦਿਨਾਂ ਬਾਅਦ ਪਿੰਡ ਵਾਲੇ ਚਾਚਾ ਨੂੰ ਛੋਟੇ ਬੱਚੇ ਦਾ ਵਾਸਤਾ ਦੇ ਕੇ ਦੂਜਾ ਵਿਆਹ ਕਰਵਾਉਣ ਲਈ ਕਹਿਣ ਲੱਗੇ। ਇਸ ਵਾਰ ਵੀ ਚਾਚਾ ਨੇ ਕਿਹਾ ਕਿ ਜੇਕਰ ਉਹ ਵਿਆਹ ਕਰਨਗੇ ਤਾਂ ਇੱਕ ਬਾਂਝ ਔਰਤ ਨਾਲ ਹੀ ਕਰਨਗੇ। ਜਦੋਂ ਮੈਂ ਚਾਚੇ ਦੀ ਇਹ ਗੱਲ ਸੁਣੀ ਤਾਂ ਮੇਰੇ ਦਿਮਾਗ 'ਚ ਆਪਣੀ ਟੀਚਰ ਦਾ ਖਿਆਲ ਆਇਆ। ਚਾਚਾ ਮੇਰੀ ਟੀਚਰ ਤੋਂ ਉਮਰ 'ਚ ਬਹੁਤ ਜ਼ਿਆਦਾ ਵੱਡੇ ਸਨ, ਇਸ ਲਈ ਮੈਂ ਸੋਚ ਰਹੀ ਸੀ ਕਿ ਪਤਾ ਨਹੀਂ ਟੀਚਰ ਦੇ ਘਰ ਵਾਲੇ ਵਿਆਹ ਲਈ ਰਾਜ਼ੀ ਹੋਣਗੇ ਵੀ ਕਿ ਨਹੀਂ। ਪਰ ਜਦੋਂ ਮੇਰੀ ਮਾਂ ਨੇ ਉਹਨਾਂ ਦੇ ਘਰ ਵਾਲਿਆਂ ਨਾਲ ਗੱਲ ਕੀਤੀ ਤਾਂ ਉਹ ਤੁਰੰਤ ਰਾਜ਼ੀ ਹੋ ਗਏ। ਕੁਝ ਹੀ ਦਿਨਾਂ 'ਚ ਮੇਰੀ ਟੀਚਰ ਤੇ ਚਾਚਾ ਦਾ ਵਿਆਹ ਹੋ ਗਿਆ। ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਫਿਰ ਤੋਂ ਚਾਚਾ ਨਾਲ ਵਿਆਹ ਕਰਕੇ ਇੱਕ ਬਾਂਝ ਔਰਤ ਬੱਚਾ ਪੈਦਾ ਕਰੇਗੀ, ਪਰ ਫਿਰ ਤੋਂ ਅਜਿਹਾ ਹੀ ਹੋਇਆ ਤੇ ਮੇਰੀ ਟੀਚਰ ਨੇ ਸਾਲ ਬਾਅਦ ਇੱਕ ਬਹੁਤ ਹੀ ਸੋਹਣੇ ਲੜਕੇ ਨੂੰ ਜਨਮ ਦਿੱਤਾ। ਪਰ ਉਹ ਬੱਚਾ ਨਾ ਚਾਚੇ ਤੇ ਗਿਆ ਸੀ ਤੇ ਨਾ ਹੀ ਮੇਰੀ ਟੀਚਰ। ਹੁਣ ਤਾਂ ਸਾਰੇ ਪਿੰਡ 'ਚ ਇਸੇ ਗੱਲ ਦੀ ਚਰਚਾ ਹੋਣ ਲੱਗੀ ਸੀ ਕਿ ਜ਼ਰੂਰ ਸ਼ਾਮੂ ਚਾਚੇ ਕੋਲ ਕੋਈ ਰਾਜ ਹੈ ਜਾਂ ਉਹ ਕੁਝ ਅਜਿਹੀ ਚੀਜ਼ ਖਾਂਦੇ ਹਨ ਜਿਸ ਨਾਲ ਬਾਂਝ ਔਰਤਾਂ ਵੀ ਪ੍ਰੈਗਨੈਂਟ ਹੋ ਜਾਂਦੀਆਂ ਹਨ। ਪਿੰਡ ਵਾਲਿਆਂ ਨੇ ਚਾਚੇ ਤੋਂ ਇਹ ਰਾਜ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਨੂੰ ਕੁਝ ਨਹੀਂ ਦੱਸਦੇ ਸਨ। ਮੇਰੇ ਪਿਤਾ ਜੀ ਉਹਨਾਂ ਦੇ ਬਹੁਤ ਚੰਗੇ ਦੋਸਤ ਸਨ, ਪਰ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਵੀ ਕੁਝ ਨਹੀਂ ਦੱਸਿਆ। ਮੈਂ ਆਪਣੀ ਟੀਚਰ ਤੋਂ ਵੀ ਇਸ ਬਾਰੇ ਪੁੱਛਿਆ, ਪਰ ਉਹਨਾਂ ਨੇ ਇਹ ਹੀ ਕਿਹਾ ਕਿ ਭਗਵਾਨ ਦੀ ਕਿਰਪਾ ਹੈ। ਕੁਝ ਦਿਨਾਂ ਬਾਅਦ ਮੇਰੀ ਟੀਚਰ ਨੇ ਸ਼ਾਮੂ ਚਾਚੇ ਤੋਂ ਤਲਾਕ ਲੈ ਲਿਆ ਤੇ ਉਹਨਾਂ ਨੇ ਇੱਕ ਹੋਰ ਬਾਂਝ ਔਰਤ ਦਾ ਵਿਆਹ ਉਹਨਾਂ ਨਾਲ ਕਰਵਾ ਦਿੱਤਾ। ਉਸ ਤੋਂ ਬਾਅਦ ਉਹ ਆਪਣੇ ਬੇਟੇ ਨੂੰ ਲੈ ਕੇ ਪਿੰਡੋਂ ਚਲੀ ਗਈ। ਇਹ ਸਭ ਦੇਖ ਕੇ ਪਿੰਡ ਵਾਲਿਆਂ ਨੂੰ ਬਹੁਤ ਹੈਰਾਨੀ ਹੋ ਰਹੀ ਸੀ। ਪਹਿਲਾਂ ਤਾਂ ਬਾਂਝ ਔਰਤਾਂ ਦਾ ਬੱਚਾ ਪੈਦਾ ਕਰਨਾ ਤੇ ਫਿਰ ਟੀਚਰ ਜੀ ਦਾ ਉਹਨਾਂ ਨੂੰ ਤਲਾਕ ਦੇ ਕੇ ਚਲੇ ਜਾਣਾ ਤੇ ਚਾਚੇ ਨੇ ਵੀ ਉਸ ਨੂੰ ਤਲਾਕ ਦੇ ਦਿੱਤਾ ਸੀ। ਕਿਸੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਤੀਜੀ ਪਤਨੀ ਤੋਂ ਵੀ ਚਾਚੇ ਨੂੰ 1 ਹੀ ਸਾਲ ਦੇ ਅੰਦਰ ਬੱਚਾ ਹੋ ਗਿਆ। ਫਿਰ ਕੁਝ ਸਮੇਂ ਬਾਅਦ ਚਾਚੇ ਦੇ ਘਰ ਇੱਕ ਹੋਰ ਬੱਚਾ ਪੈਦਾ ਹੋਇਆ।
65 ਸਾਲ ਦੀ ਉਮਰ ਤੱਕ ਚਾਚੇ ਦੇ 5 ਬੱਚੇ ਹੋ ਚੁੱਕੇ ਸਨ। ਹੁਣ ਤਾਂ ਆਸ-ਪਾਸ ਦੇ ਪਿੰਡਾਂ 'ਚ ਵੀ ਇਹ ਗੱਲ ਉੱਡ ਚੁੱਕੀ ਸੀ ਕਿ ਜੋ ਬਾਂਝ ਔਰਤਾਂ ਹੋਵੇ ਉਹ ਚਾਚੇ ਨਾਲ ਵਿਆਹ ਕਰ ਲਵੇ ਤਾਂ ਉਸ ਨੂੰ ਔਲਾਦ ਪੈਦਾ ਹੋ ਜਾਵੇਗੀ। ਹੁਣ ਮੇਰੀ ਉਮਰ ਵੀ ਵਿਆਹ ਦੀ ਹੋ ਗਈ ਸੀ। ਮੈਂ ਪਿੰਡ ਦੀ ਥਾਂ ਸ਼ਹਿਰ 'ਚ ਵਿਆਹ ਕਰਨਾ ਚਾਹੁੰਦੀ ਸੀ ਤੇ ਇਹ ਗੱਲ ਮੈਂ ਆਪਣੇ ਪਿਤਾ ਜੀ ਨੂੰ ਦੱਸੀ। ਉਹਨਾਂ ਨੇ ਬਹੁਤ ਦੇਖਿਆ ਪਰ ਸ਼ਹਿਰ 'ਚ ਸਾਡੀ ਕੋਈ ਜਾਣ ਪਹਿਚਾਣ ਨਾ ਹੋਣ ਕਰਕੇ ਕੋਈ ਰਿਸ਼ਤਾ ਨਾ ਮਿਲਿਆ। ਫਿਰ ਪਿਤਾ ਜੀ ਨੇ ਸ਼ਾਮੂ ਚਾਚੇ ਨੂੰ ਸ਼ਹਿਰ 'ਚ ਮੇਰੇ ਲਈ ਕੋਈ ਲੜਕਾ ਦੇਖਣ ਨੂੰ ਕਿਹਾ। ਇਸ ਦੌਰਾਨ ਬਦਕਿਸਮਤੀ ਨਾਲ ਚਾਚੇ ਦੀ ਪਤਨੀ ਦਾ ਫਿਰ ਤੋਂ ਦੇਹਾਂਤ ਹੋ ਗਿਆ ਤੇ ਉਹ ਫਿਰ ਤੋਂ ਇਕੱਲੇ ਹੋ ਗਏ। ਉਹਨਾਂ ਨੇ ਆਪਣੇ ਬੱਚਿਆਂ ਦੀ ਦੇਖਭਾਲ ਲਈ ਇੱਕ ਨੌਕਰਾਨੀ ਰੱਖ ਲਈ ਕਿਉਂਕਿ ਉਮਰ ਜ਼ਿਆਦਾ ਹੋਣ ਕਾਰਨ ਉਹ ਹੁਣ ਉਹਨਾਂ ਦੀ ਦੇਖਭਾਲ ਨਹੀਂ ਕਰ ਸਕਦੇ ਸਨ। ਇਸ ਦੌਰਾਨ ਚਾਚੇ ਕੋਲ ਕਈ ਬਾਂਝ ਔਰਤਾਂ ਦੇ ਰਿਸ਼ਤੇ ਆਏ ਪਰ ਸ਼ਾਮੂ ਚਾਚਾ ਨੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਸੀ ਕਿਉਂਕਿ ਉਹਨਾਂ ਦੀ ਤਬੀਅਤ ਹੁਣ ਠੀਕ ਨਹੀਂ ਰਹਿੰਦੀ ਸੀ। ਸਿਹਤ ਠੀਕ ਨਾ ਹੋਣ ਕਰਕੇ ਚਾਚਾ ਸ਼ਹਿਰ ਵੀ ਨਹੀਂ ਜਾ ਰਿਹਾ ਸੀ। ਇਸ ਲਈ ਪਿਤਾ ਜੀ ਨੇ ਦੁਬਾਰਾ ਚਾਚੇ ਕੋਲ ਮੇਰੇ ਰਿਸ਼ਤੇ ਦੀ ਗੱਲ ਨਾ ਕੀਤੀ। ਸ਼ਹਿਰ 'ਚ ਕੋਈ ਰਿਸ਼ਤਾ ਦੇਖਣ ਲਈ ਮੈਂ ਖੁਦ ਹੀ ਚਾਚਾ ਕੋਲ ਜਾਣ ਦਾ ਸੋਚਿਆ ਕਿਉਂਕਿ ਚਾਚਾ ਬਚਪਨ ਤੋਂ ਹੀ ਮੇਰੇ ਨਾਲ ਬਹੁਤ ਹਾਸਾ ਮਜ਼ਾਕ ਕਰਦਾ ਸੀ, ਇਸ ਲਈ ਮੈਂ ਉਹਨਾਂ ਨਾਲ ਗੱਲ ਕਰ ਸਕਦੀ ਸੀ। ਮੈਂ ਆਪਣੇ ਪਿਤਾ ਤੇ ਮਾਂ ਨੂੰ ਬਿਨਾਂ ਦੱਸੇ ਚਾਚਾ ਦੇ ਘਰ ਚਲੀ ਗਈ। ਜਿਵੇਂ ਹੀ ਮੈਂ ਉਹਨਾਂ ਦੇ ਘਰ ਕਦਮ ਰੱਖਿਆ ਤਾਂ ਮੈਨੂੰ ਅੰਦਰੋਂ ਜਾਣੀ ਪਹਿਚਾਨੀ ਜਿਹੀ ਆਵਾਜ਼ ਸੁਣਾਈ ਦਿੱਤੀ। ਜਦੋਂ ਮੈਂ ਕਮਰੇ 'ਚ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਅੰਦਰ ਤਾਂ ਦੋਸਤੋ, ਜੇਕਰ ਤੁਸੀਂ ਇਸ ਕਹਾਣੀ ਦਾ ਬਾਕੀ ਹਿੱਸਾ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਗਿਆਨ ਦੀਆਂ ਗੱਲਾਂ 'ਤੇ। ਧੰਨਵਾਦ।